प्यारे विद्यार्थियों ਅਤੇ अध्यापक साथियों, सब तो पहला आप सब ਨੂੰ 10ਵੀਂ बोर्ड ਦੀਆਂ ਪ੍ਰੀਖਿਆਵਾਂ ਦੀਆਂ ਸ਼ੁਭਕਾਮਨਾਵਾਂ। ਜਿਵੇਂ ਕਿ ਸਾਨੂੰ ਪਤਾ ਹੈ ਅਗਲੇ ਮਹੀਨੇ 10ਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਲਈ ਅਸੀਂ ਕਿਸ ਤਰੀਕੇ ਦੇ ਨਾਲ ਵਧੀਆ ਤਿਆਰੀ ਕਰ ਸਕਦੇ ਹਾਂ ਅਤੇ ਕਿਵੇਂ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹਾਂ, ਇਸ ਦੇ ਲਈ ਸਾਨੂੰ ਕਿਸੇ ਵੀ ਵਿਸ਼ੇ ਦਾ ਪਾਠਕ੍ਰਮ ਅਤੇ अंक वंड बारे जानकारी होनी चाहिए है। असी अज दी इस वीडियो दे विच असी पंजाबी विषय नाल संबंधित पेपर ए दे पाठक्रम अते अंक वंड दे नाल गलबात करांगे। उम्मीद है ये वीडियो तुहाडे लई बहुत ही लाभदायक होएगी। तो हुण आपां वीडियो शुरू करते हाँ। प्यारे विद्यार्थियों, पंजाबी विषय दा पेपर ए जो कि लिखती 65 नंबर ਦਾ ਹੋਏਗਾ ਅਤੇ ਇਸ 65 ਨੰਬਰ ਨੂੰ ਕਿਸ ਤਰੀਕੇ ਦੇ ਨਾਲ ਇਸ ਦੀ ਅੰਕ ਵੰਡ ਕੀਤੀ ਗਈ ਹੈ, ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ 5 ਨੰਬਰ ਸੁੰਦਰ ਲਿਖਾਈ ਦੇ ਹੋਣਗੇ। ਪਿਆਰੇ ਵਿਦਿਆਰਥੀਓ, ਇਹ 5 ਨੰਬਰ ਅਸੀਂ ਜੇ ਆਪਣੇ ਪੇਪਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੁੰਦਰ ਤਰੀਕੇ ਦੇ ਨਾਲ ਲਿਖਦੇ ਹਾਂ ਤਾਂ ਇਹ ਸਾਨੂੰ ਅੰਕਾਂ ਦੀ ਪ੍ਰਤੀਸ਼ਤ ਵਧਾਉਣ ਦੇ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦੇ ਹਨ। दूजा प्रश्न है ਸਾਹਿਤਮਾਲਾ ਦੇ ਨਾਲ ਸੰਬੰਧਿਤ ਜਿਹੜੀ ਸਾਡੀ ਪਾਠ ਪੁਸਤਕ ਹੈ ਉਸ ਦੇ ਵਿੱਚੋਂ 26 ਨੰਬਰ ਦੇ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦੇ ਵਿੱਚ ਵਸਤੂਨਿਸ਼ਟ ਪ੍ਰਸ਼ਨ, ਪ੍ਰਸੰਗ, ਸਾਹਿਤ ਵਿਆਖਿਆ, ਕੇਂਦਰੀ ਭਾਵ, ਵਾਰਤਕ, ਲੇਖ ਅਤੇ ਅਭਿਆਸੀ ਪ੍ਰਸ਼ਨ ਜਿਹੜੇ ਹੈ ਉਹ ਪੁੱਛੇ ਜਾਣਗੇ। ਤੀਸਰਾ ਪ੍ਰਸ਼ਨ ਵੰਨਗੀ ਦੇ ਨਾਲ ਸੰਬੰਧਿਤ ਹੋਏਗਾ, ਜਿਸ ਦੇ ਵਿੱਚ वस्तुनिष्ठ प्रश्न होणगे, कहानी का सार होएगा, अभ्यासी प्रश्न होणगे, इकांगी दे विचों पात्र चित्रण नाल संबंधित प्रश्न अते इकांगी दे विचों वार्तालाप नाल संबंधित प्रश्न पूछे जाणगे अते ये प्रश्न अपने होणगे 25 नंबर ते। चौथा प्रश्न 9 नंबर का होएगा, जो कि एक होर नवां साल नरिंजन तस्नीम का नावल है, जिस दे विचों वस्तुनिष्ठ प्रश्न ਅਤੇ ਪਾਤਰ ਚਿੱਤਰਨ ਦੇ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਹੈ ਉਹ ਪੁੱਛੇ ਜਾਣਗੇ। ਇਸੇ ਤਰੀਕੇ ਦੇ ਨਾਲ ਕੁੱਲ 65 ਨੰਬਰ ਬਣਦੇ ਹੈ ਤੇ ਅਸੀਂ ਇਸ 65 ਨੰਬਰ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਤਿਆਰੀ ਕਰਕੇ ਪ੍ਰਾਪਤ ਕਰ ਸਕਦੇ ਹਾਂ ਤੇ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਪੰਜਾਬੀ ਪੇਪਰ ਏ ਜਿਹੜਾ ਕਿ 65 ਨੰਬਰ ਦਾ ਹੋਏਗਾ, ਜਿਸ ਦਾ ਸਮਾਂ 3 ਘੰਟੇ ਦਾ ਹੋਏਗਾ ਅਤੇ ਇਸ ਦੇ ਵਿੱਚ ਕੁੱਲ 11 ਪ੍ਰਸ਼ਨ ਹੋਣਗੇ ਤੇ ਇਹਨਾਂ 11 ਪ੍ਰਸ਼ਨਾਂ ਦੇ ਵਿੱਚ ਕੀ ਪੁੱਛਿਆ ਜਾਏਗਾ ਇਸ ਬਾਰੇ ਆਪਾਂ ਇੱਥੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਜੋ ਕਿ ਸੁੰਦਰ ਲਿਖਾਈ ਦੇ ਨਾਲ ਸੰਬੰਧਿਤ ਹੋਏਗਾ। ਵਿਦਿਆਰਥੀਓ, ਸਾਡੇ ਕੋਲ 65 ਨੰਬਰ ਨੇ, ਜਿਸ ਦੇ ਵਿੱਚੋਂ ਪਹਿਲਾ ਪ੍ਰਸ਼ਨ ਸੁੰਦਰ ਲਿਖਾਈ ਜੋ ਕਿ 5 ਨੰਬਰ ਦਾ ਹੋਏਗਾ। ਆਪਾਂ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 2 ਦੀ। इस प्रश्न दे विच 3 भागां च वंडिया गया है। भाग ऊड़ा, इस दे विच की होएगा कि जिहड़ी ਸਾਹਿਤਮਾਲਾ पुस्तक है उस दे विचों 2 प्रश्न अते वार्तक भाग दे विचों 2 प्रश्न। ठीक है जी, ਸਾਹਿਤਮਾਲਾ दे विचों 2 अते वार्तक दे विचों 2, कुल 4 वस्तुनिष्ठ प्रश्न पुछे जाणगे। फिर है भाग ऊड़ा, जिस दे विच कहानी दे विचों 2 प्रश्न अते इकांगी दे विचों 2 प्रश्न पुछे जाणगे। इस दे विचों भी 2 प्रश्न होणगे। भाग ईड़ी जो कि नावल नाल संबंधित है, इस दे भी 2 प्रश्न पुछे जाणगे। ठीक है जी, तो इस दे विच कुल हो गए 2 प्रश्न ते 2 4 प्रश्न। इस दे विचों 4 प्रश्न भाग ਏੜੇ ਦੇ ਵਿੱਚੋਂ ਅਤੇ 2 प्रश्न ਜਿਹੜੇ है वो भाग ईड़ी दे विचों। टोटल अपने कोले हो गए कुल प्रश्न 10। ठीक है जी, ये सारे प्रश्न 2-2 अंक दे होणगे। कहण तो भाव ये है 2 नंबर प्रश्न जिहड़ा है वो 20 नंबर का होएगा, जिस दे विच 10 वस्तुनिष्ठ प्रश्न ऑब्जेक्टिव टाइप जिहड़े है वो पूछे जाणगे। फिर इस तो बाद आपां गल करदे हां प्रश्न नंबर 3 दी। तीजा जिहड़ा प्रश्न है वो गुरमत काव, सूफी काव, किस्सा काव
ਵੀਰ ਕਾਵ, ਠੀਕ ਹੈ, ਇਸ ਨਾਲ ਸੰਬੰਧਿਤ ਹੋਏਗਾ। ਇਸ ਦੇ ਵਿੱਚੋਂ ਕੋਈ ਵੀ ਦੋ ਜਿਹੜੇ ਹੈ ਕਾਵ ਟੋਟੇ ਦਿੱਤੇ ਹੋਣਗੇ, ਠੀਕ ਹੈ ਜੀ। ਉਹਨਾਂ ਦੋਵਾਂ ਦੇ ਵਿੱਚੋਂ ਸਾਨੂੰ ਕਿਸੇ ਇੱਕ ਦੀ ਪ੍ਰਸੰਗ ਅਤੇ ਵਿਆਖਿਆ ਲਿਖਣੀ ਹੋਏਗੀ, ਜਿਸ ਦੇ ਵਿੱਚੋਂ ਪ੍ਰਸੰਗ 2 ਨੰਬਰ ਦਾ ਹੋਏਗਾ ਅਤੇ ਵਿਆਖਿਆ 3 ਨੰਬਰ ਦੀ ਹੋਏਗੀ। ਤਾਂ ਪਿਆਰੇ ਵਿਦਿਆਰਥੀਓ, ਸਾਨੂੰ ਆਪਣੇ ਪੇਪਰ ਦੇ ਵਿੱਚ 17 ਦਾ ਜਿਹੜੇ ਕਾਵ ਟੋਟੇ ਦਿੱਤੇ ਹੋਣਗੇ ਉਹਨਾਂ ਦਾ ਪ੍ਰਸੰਗ ਅਤੇ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਲਿਖ ਕੇ 5 ਨੰਬਰ ਪ੍ਰਾਪਤ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 4 ਪ੍ਰਸ਼ਨ ਦੇ ਵਿੱਚ ਕੀ ਹੈ ਕਿ ਕੋਈ 2 ਕਾਵ ਰਚਨਾਵਾਂ ਦੇ ਕੇ ਇੱਕ ਦਾ ਕੇਂਦਰੀ ਭਾਵ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਚੌਥਾ ਪ੍ਰਸ਼ਨ ਹੈ ਉਹ ਕੀ ਹੋਏਗਾ, ਜਿੰਨੀਆਂ ਵੀ ਕਵਿਤਾਵਾਂ ਸਾਡੀ ਪਾਠ ਪੁਸਤਕ ਦੇ ਵਿੱਚ ਦਿੱਤੀਆਂ ਹੋਈਆਂ ਹਨ ਉਹਨਾਂ ਦਾ ਕੇਂਦਰੀ ਭਾਵ, ਕੋਈ ਦੋ ਕਵਿਤਾਵਾਂ ਦੇ ਕੇਂਦਰੀ ਭਾਵ ਦਿੱਤੇ ਹੋਣਗੇ, ਠੀਕ ਹੈ, ਜਿਨ੍ਹਾਂ ਦੇ ਵਿੱਚੋਂ ਸਾਨੂੰ ਕਿਸੇ ਇੱਕ ਦਾ ਕੇਂਦਰੀ ਭਾਵ ਲਿਖਣਾ ਹੋਏਗਾ ਅਤੇ ਉਹ ਘੱਟੋ ਘੱਟ 40 ਸ਼ਬਦਾਂ ਦੇ ਵਿੱਚ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੋਏਗਾ ਕਿ 40 ਸ਼ਬਦਾਂ ਦੇ ਵਿੱਚ ਇਹ 4 ਨੰਬਰ ਦਾ ਹੋਏਗਾ, ਠੀਕ ਹੈ ਜੀ। ਫਿਰ ਹੈ ਪ੍ਰਸ਼ਨ ਨੰਬਰ 5। 5ਵੇਂ ਪ੍ਰਸ਼ਨ ਦੇ ਵਿੱਚ ਕੀ ਹੈ, ਸਾਹਿਤਮਾਲਾ ਪਾਠ ਪੁਸਤਕ ਦੇ ਵਿੱਚ ਕੋਈ 2 ਲੇਖ ਦਿੱਤੇ ਹੋਣਗੇ ਅਤੇ ਉਹਨਾਂ ਦਾ ਸਾਰ ਲਿਖਣਾ ਹੋਏਗਾ। ਤਾਂ ਆਪਾਂ ਇਸ ਦੇ ਵਿੱਚ ਲੇਖ ਯਾਨੀ ਕਿ ਇਹ ਪ੍ਰਸ਼ਨ ਨਿਬੰਧ ਨਾਲ ਸੰਬੰਧਿਤ ਹੈ, ਵਾਰਤਕ ਭਾਗ ਨਾਲ ਸੰਬੰਧਿਤ ਹੈ। ਜਿਵੇਂ ਵਾਰਤਕ ਦੇ ਵਿੱਚ ਹੈ ਰਬਾਬ ਮੰਗਾਉਣ ਦਾ ਬਿਰਤਾਂਤ, ਘਰ ਦਾ ਪਿਆਰ, ਬੋਲੀ, ਪ੍ਰਾਰਥਨਾ, ਬਾਬਾ ਰਾਮ ਸਿੰਘ ਕੂਕਾ, ਮਹਾਕਵੀ ਕਾਲੀਦਾਸ, ਮੇਰੇ ਵੱਡੇ ਵਡੇਰੇ, ਤੁਰਨ ਦਾ ਹੁਨਰ। ਇਹ ਹੈ ਨਿਬੰਧ ਲੇਖ, ਕੋਈ 2 ਦਿੱਤੇ ਹੋਣਗੇ, ਦੋਨਾਂ ਦੇ ਵਿੱਚੋਂ ਆਪਾਂ ਨੂੰ ਕਿਸੇ ਇੱਕ ਦਾ ਸਾਰ ਲਿਖਣਾ ਹੋਏਗਾ 150 ਸ਼ਬਦਾਂ ਦੇ ਵਿੱਚ, ਤੇ ਇਹ ਪ੍ਰਸ਼ਨ ਆਪਣਾ ਹੋਏਗਾ 5 ਨੰਬਰ ਦਾ ਹੋਏਗਾ। ਹਾਂਜੀ, ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 6 ਦੇ ਵਿੱਚ ਕੀ ਦਿੱਤਾ ਹੋਇਆ ਹੈ ਕਿ ਲੇਖ ਦੇ ਅੰਤ ਵਿੱਚ ਦਿੱਤੇ ਅਭਿਆਸ ਪ੍ਰਸ਼ਨ। ਤਾਂ ਆਪਾਂ ਜਿਹੜਾ ਵਾਰਤਕ ਭਾਗ ਹੈ, ਜਿਨ੍ਹਾਂ ਨਿਬੰਧ ਦੀ ਆਪਾਂ ਹੁਣੇ ਗੱਲਬਾਤ ਕੀਤੀ ਸੀ, ਉਸ ਦੇ ਵਿੱਚ ਪ੍ਰਸ਼ਨ ਉੱਤਰ ਦਿੱਤੇ ਹੋਏ ਹੈ, ਹਰੇਕ ਲੇਖ ਦੇ ਵਿੱਚ ਪ੍ਰਸ਼ਨ ਉੱਤਰ ਦਿੱਤੇ ਹੋਏ ਹੈ। ਤਾਂ ਉਹਨਾਂ ਦੇ ਵਿੱਚੋਂ ਕੋਈ 4 ਪ੍ਰਸ਼ਨ ਦਿੱਤੇ ਹੋਣਗੇ, ਉਹਨਾਂ 4ਾਂ ਦੇ ਵਿੱਚੋਂ ਆਪਾਂ ਨੂੰ ਕਿਸੇ 2 ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਕਿਹਾ ਜਾਵੇਗਾ ਅਤੇ ਇਹ ਦੋਨੇ ਪ੍ਰਸ਼ਨ 2-2 ਨੰਬਰ ਦੇ ਹੋਣਗੇ। ਤਾਂ ਕੁੱਲ ਅੰਕ ਇਸ ਦੇ ਹੋ ਗਏ 4। ਫਿਰ ਹੈ ਆਪਣਾ ਪ੍ਰਸ਼ਨ ਨੰਬਰ 7, ਕਹਾਣੀ। ਤਾਂ ਇਸ ਦੇ ਵਿੱਚ ਕੀ ਹੈ ਕਿ ਜਿਹੜੀਆਂ ਕਹਾਣੀਆਂ ਹੈ, ਕਹਾਣੀ ਭਾਗ ਹੈ ਆਪਣਾ, ਉਸ ਦੇ ਵਿੱਚੋਂ ਕੋਈ 2 ਕਹਾਣੀਆਂ ਦਾ ਸਾਰ ਲਿਖਣ ਲਈ ਕਿਹਾ ਜਾਵੇਗਾ, ਜੋ ਕਿ ਲਗਭਗ 150 ਕੁ ਸ਼ਬਦਾਂ ਵਿੱਚ ਲਿਖਣਾ ਹੋਵੇਗਾ। ਤਾਂ ਆਪਣੀਆਂ ਜਿਹੜੀਆਂ ਕਹਾਣੀਆਂ ਹੈ, ਜਿਵੇਂ ਕੁਲਫੀ, ਮੜੀਆਂ ਤੋਂ ਦੂਰ, ਅੰਗ ਸੰਗ, ਬੰਬ ਬਹਾਦਰ, ਬਾਗੀ ਦੀ ਧੀ, ਧਰਤੀ ਹੇਠਲਾ ਬਲਦ, ਇੱਕ ਪੈਰ ਘੱਟ ਤੁਰਨਾ, ਠੀਕ ਹੈ ਜੀ। ਤਾਂ ਇਹ ਜਿਹੜੀਆਂ ਕਹਾਣੀਆਂ ਹੈ, ਕਹਾਣੀਆਂ ਦੇ ਵਿੱਚੋਂ ਕਿਸੇ ਇੱਕ ਦਾ ਸਾਰ ਆਪਾਂ ਨੂੰ ਲਿਖਣਾ ਹੋਏਗਾ ਅਤੇ ਇਹ ਪ੍ਰਸ਼ਨ 5 ਨੰਬਰ ਦਾ ਹੋਏਗਾ। ਫਿਰ ਇਸ ਤੋਂ ਬਾਅਦ 8 ਨੰਬਰ ਜਿਹੜਾ ਪ੍ਰਸ਼ਨ ਹੈ ਉਹ ਕਹਾਣੀ ਦੇ ਵਿੱਚੋਂ ਹੀ ਹੈ। 7 ਨੰਬਰ ਦੇ ਵਿੱਚ ਸਾਰ ਲਿਖਣਾ ਹੈ, 8 ਨੰਬਰ ਦੇ ਵਿੱਚ ਕਹਾਣੀਆਂ ਨਾਲ ਸੰਬੰਧਿਤ 4 ਪ੍ਰਸ਼ਨ ਦਿੱਤੇ ਜਾਣਗੇ, ਉਹਨਾਂ ਦੇ ਵਿੱਚੋਂ ਕਿਸੇ 2 ਪ੍ਰਸ਼ਨਾਂ ਦੇ ਉੱਤਰ ਆਪਾਂ ਨੂੰ ਦੇਣੇ ਹੋਣਗੇ ਅਤੇ ਉਹ ਦੋਨੇ ਪ੍ਰਸ਼ਨ ਜਿਹੜੇ ਹੈ 2+2 4 ਨੰਬਰ ਦੇ ਹੋਣਗੇ। ਇਸ ਤੋਂ ਬਾਅਦ ਹੈ ਜਿਹੜੀ ਇਕਾਂਗੀ ਹੈ, ਉਸ ਦੇ ਵਿੱਚ ਪਾਤਰ ਚਿੱਤਰਨ ਦਿੱਤੇ ਹੋਏ ਹੈ। ਆਪਣੇ ਇਕਾਂਗੀ ਹੈ ਜਿਵੇਂ ਬੰਬਕੇਸ, ਨਾਇਕ, ਸਮੁੰਦਰੋਂ ਪਾਰ, ਜਫਰਨਾਮਾ, ਦੂਜਾ ਵਿਆਹ। ਇਹ ਜਿਹੜੀਆਂ ਇਕਾਂਗੀਆਂ ਦਿੱਤੀਆਂ ਗਈਆਂ ਹੈ 10ਵੀਂ ਜਮਾਤ ਦੇ ਵਿੱਚ, ਉਹਨਾਂ ਦੇ ਵਿੱਚੋਂ ਕਿਸੇ ਵੀ ਇਕਾਂਗੀ ਵਿੱਚੋਂ 2 ਪਾਤਰ ਦਿੱਤੇ ਹੋਣਗੇ ਅਤੇ ਉਹਨੇ ਦੋਨਾਂ ਦੇ ਵਿੱਚੋਂ ਆਪਾਂ ਨੂੰ ਕਿਸੇ ਇੱਕ ਦਾ ਪਾਤਰ ਚਿੱਤਰਨ ਕਰਨਾ ਹੋਏਗਾ, ਜੋ ਕਿ ਲਗਭਗ 125 ਕੁ ਸ਼ਬਦਾਂ ਵਿੱਚ ਹੋਏਗਾ ਅਤੇ ਇਹ 5 ਨੰਬਰ ਦਾ ਹੋਏਗਾ। ਫਿਰ ਹੈ ਆਪਣਾ ਪ੍ਰਸ਼ਨ ਨੰਬਰ 10। ਇਸ ਦੇ ਵਿੱਚ ਕੀ ਹੈ ਕਿ ਇਕਾਂਗੀ ਜਿਹੜੀ ਹੈ ਉਸ ਦੇ ਵਿੱਚ ਵਾਰਤਾਲਾਪ ਨਾਲ ਸੰਬੰਧਿਤ ਪ੍ਰਸ਼ਨ ਦਿੱਤੇ ਹੋਣਗੇ, ਠੀਕ ਹੈ। ਜਿਵੇਂ ਇੱਕ ਵਾਰਤਾਲਾਪ ਦਿੱਤਾ ਹੋਏਗਾ 3 ਜਾਂ 4 ਲਾਈਨ ਦਾ, ਠੀਕ ਹੈ ਜੀ। ਉਸ ਦੇ ਥੱਲੇ 3 ਪ੍ਰਸ਼ਨ ਦਿੱਤੇ ਹੋਣਗੇ,
ਉਹਨਾਂ 3 ਪ੍ਰਸ਼ਨਾਂ ਦੇ ਉੱਤਰ ਆਪਾਂ ਨੂੰ ਲਿਖਣੇ ਹੋਣਗੇ। ਇਹ ਤਿੰਨੇ ਪ੍ਰਸ਼ਨ ਇੱਕ ਇੱਕ ਨੰਬਰ ਦੇ ਹੋਣਗੇ ਅਤੇ ਇਸ 10 ਨੰਬਰ ਦੇ ਪ੍ਰਸ਼ਨ ਦੇ ਵਿੱਚੋਂ ਆਪਾਂ ਨੂੰ ਵਾਰਤਾਲਾਪ ਦੇ 3 ਨੰਬਰ ਮਿਲਣਗੇ। ਉਸ ਤੋਂ ਬਾਅਦ ਹੈ 11 ਨੰਬਰ ਪ੍ਰਸ਼ਨ ਜੋ ਕਿ ਨਾਵਲ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੈ ਕਿ ਨਾਵਲ ਇੱਕ ਹੋਰ ਨਵਾਂ ਸਾਲ ਜੋ ਕਿ ਨਰਿੰਜਨ ਤਸਨੀਮ ਦਾ ਲਿਖਿਆ ਹੋਇਆ ਹੈ, ਉਸ ਦੇ ਵਿੱਚੋਂ ਇੱਕ ਪਾਤਰ ਚਿੱਤਰਨ ਲਿਖਣਾ ਹੋਏਗਾ। ਠੀਕ ਹੈ। ਤਾਂ 2 ਆਪਾਂ ਨੂੰ ਪਾਤਰ ਚਿੱਤਰਨ ਪ੍ਰਸ਼ਨ ਦੇ ਵਿੱਚ ਪੁੱਛੇ ਜਾਣਗੇ। ਦੋਨਾਂ ਦੇ ਵਿੱਚੋਂ ਆਪਾਂ ਨੂੰ ਕੋਈ ਵੀ ਇੱਕ ਕਰਨਾ ਹੋਏਗਾ ਅਤੇ ਉਹ 150 ਸ਼ਬਦਾਂ ਦੇ ਵਿੱਚ ਲਿਖਣਾ ਹੋਏਗਾ ਅਤੇ ਇਹ ਕੁੱਲ 5 ਨੰਬਰ ਦਾ ਹੋਏਗਾ। ਤਾਂ ਇਹ ਸੀ ਵਿਦਿਆਰਥੀਓ ਆਪਣਾ ਪੇਪਰ ਪੈਟਰਨ। ਕੁੱਲ ਆਪਣੇ ਕੋਲੇ 11 ਪ੍ਰਸ਼ਨ ਨੇ। ਇਹਨਾਂ 11 ਪ੍ਰਸ਼ਨਾਂ ਦੇ ਉੱਤਰ ਆਪਾਂ ਨੂੰ ਦੇਣੇ ਹੋਣਗੇ। ਤਾਂ ਆਪਾਂ ਇਸ ਪੇਪਰ ਦਾ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਿਹੜਾ ਇਹ ਪੇਪਰ ਹੈ ਉਸ ਦੀ ਆਪਾਂ ਅੰਕ ਵੰਡ, ਉਸ ਦਾ ਪਾਠਕ੍ਰਮ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਿਆ। ਠੀਕ ਹੈ। ਇਸ ਨੂੰ ਸਮਝਣ ਤੋਂ ਬਾਅਦ ਆਪਾਂ ਪੰਜਾਬੀ ਪੇਪਰ A ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਪੇਪਰ B ਦਾ ਪੇਪਰ ਪੈਟਰਨ ਅਤੇ ਉਸ ਦੀ ਪਾਠਕ੍ਰਮ ਵੰਡ ਦੇਖਣ ਲਈ ਸਾਡੇ ਇਸ ਚੈਨਲ ਦੇ ਵਿੱਚ ਦੂਸਰੀ ਇੱਕ ਹੋਰ ਵੀਡੀਓ ਜਿਹੜੀ ਹੈ ਉਹ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ ਤੇ ਤੁਸੀਂ ਉਸ ਵੀਡੀਓ ਨੂੰ ਦੇਖੋ।